ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਹੈ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ ਤੇ ਕਰ ਰਹੇ ਸੀ ਪੰਜਾਬੀ ਦੇ ਸਾਹਿਤ ਰੂਪ, ਨਾਲ ਦੀ ਨਾਲ ਚੱਲ ਰਹੇ ਨੇ ਮੌਕ ਟੈਸਟ। ਇਸ ਤੋਂ ਪਹਿਲਾਂ ਅਸੀਂ ਕਰ ਚੁੱਕੇ ਹਾਂ ਸਵੈ ਜੀਵਨੀਕਾਰ। ਇਹਨਾਂ ਦੀਆਂ ਪਲੇਲਿਸਟ ਬਣ ਚੁੱਕੀਆਂ ਨੇ, ਤੁਸੀਂ ਲਿੰਕਸ ਲੈ ਸਕਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖੀਆਂ। ਤੇ ਜੋ ਵੀ ਮੌਕ ਟੈਸਟ ਕਰਨਗੇ ਸਟੂਡੈਂਟਸ ਇਸ ਤੋਂ ਬਾਅਦ, ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤੇ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਮਾਰਕਸ ਤੁਸੀਂ ਜ਼ਰੂਰ ਦੱਸਣੇ ਨੇ ਕਮੈਂਟ ਬਾਕਸ ਦੇ ਵਿੱਚ, ਅਤੇ ਕੋਈ ਵੀ ਸੁਜੈਸ਼ਨ ਆ ਤੁਹਾਡਾ ਉਹ ਵੀ ਤੁਸੀਂ ਜ਼ਰੂਰ ਦੇਣਾ ਜੀ। ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਸਾਹਿਤ ਰੂਪ ਨਾਵਲ। ਨਾਵਲ ਆਧੁਨਿਕ ਪੰਜਾਬੀ ਸਾਹਿਤ ਦਾ ਜਾਣਿਆ ਪਛਾਣਿਆ ਸਾਹਿਤ ਰੂਪ, ਜਿਸ ਨੂੰ ਮੰਨਿਆ ਜਾਂਦਾ ਹੈ ਗਲਪ ਦਾ ਹਿੱਸਾ। ਇਸ ਨੂੰ ਗਲਪ ਸਾਹਿਤ ਦਾ ਭਾਗ ਮੰਨਦੇ ਹਾਂ ਨਾਵਲ ਨੂੰ। ਗਲਪ ਕੀ ਹੁੰਦਾ ਹੈ? ਗਲਪ ਦੇ ਜੇ ਆਪਾਂ ਸ਼ਬਦੀ ਅਰਥ ਦੇਖੀਏ ਤਾਂ ਇਸ ਦਾ ਮਤਲਬ ਹੁੰਦਾ ਹੈ ਗੱਪ, ਠੀਕ ਹੈ। ਇਸੇ ਕਰਕੇ ਜੋ ਨਾਵਲ ਹੈ, ਨਾਵਲ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਜ਼ਿੰਦਗੀ ਦੀ ਸਾਰੀ ਸੱਚਾਈ ਹੀ ਬਿਆਨ ਕੀਤੀ ਜਾਵੇ। ਉਹਦੇ ਵਿੱਚ ਕੁਛ ਕਾਲਪਨਿਕ ਚੀਜ਼ਾਂ ਵੀ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਜੋ ਨਾਵਲਕਾਰ ਆਪਣੇ ਵੱਲੋਂ ਸ਼ਾਮਿਲ ਕਰਦਾ, ਯਾਨੀ ਕਿ ਇਹ ਸੱਚ ਵਰਗਾ ਝੂਠ ਜਾਂ ਝੂਠ ਵਰਗਾ ਸੱਚ, ਦੋਨਾਂ ਦਾ 50-50 ਲੈ ਲਈਏ ਆਪਾਂ ਤਾਂ ਬਣਦਾ ਹੈ ਨਾਵਲ ਜਾਂ ਗਲਪ। ਅਤੇ ਗਲਪ ਅਤੇ ਨਾਵਲ ਦੇ ਵਿੱਚ ਇਹ ਲੱਛਣ ਇੱਕੋ ਜਿਹੇ ਨੇ, ਤਾਂ ਕਰਕੇ ਇਸ ਨੂੰ ਕਿਹੜੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ? ਨਾਵਲ ਨੂੰ ਰੱਖਿਆ ਜਾਂਦਾ ਜੀ ਗਲਪ ਦੇ ਵਿੱਚ, ਠੀਕ ਹੈ। ਜਿਹੜੀ ਵੀ ਅਸੀਂ ਪੜ੍ਹਦੇ ਹਾਂ ਰਚਨਾ, ਉਹ ਐਵੇਂ ਵੀ ਨਹੀਂ ਹੁੰਦੀ ਕਿ ਨਿਰੀ ਪੂਰੀ ਉਹ ਅਤਕਥਨੀ ਹੋਵੇ, ਇਮੈਜੀਨੇਸ਼ਨ ਹੋਵੇ ਕਿ ਅਸੀਂ ਉੱਤੇ ਵਿਸ਼ਵਾਸ ਹੀ ਨਾ ਕਰ ਸਕੀਏ। ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਝੂਠ ਨਾ ਲੱਗੇ ਪਰ ਸੱਚ ਦੇ ਨੇੜੇ ਵੀ ਹੋਵੇ, ਠੀਕ ਹੈ। ਇਸ ਤੋਂ ਬਾਅਦ ਨਾਵਲ ਦੇ ਨਾਲ ਨਾਲ ਜਿਹੜੀ ਕਹਾਣੀ ਹੈ, ਜਾਂ ਆਪਾਂ ਨਿੱਕੀ ਕਹਾਣੀ ਕਹਿ ਲੈਂਦੇ ਹਾਂ, ਇਹਨੂੰ ਵੀ ਆਪਾਂ ਰੱਖਦੇ ਹਾਂ ਗਲਪ ਸ਼੍ਰੇਣੀ ਦੇ ਅਧੀਨ। ਮੁੱਖ ਤੌਰ 'ਤੇ ਦੋਨੇ ਰੱਖੇ ਜਾਂਦੇ ਆ। ਇਸ ਤੋਂ ਬਾਅਦ ਜੀ ਜੋ ਆਮ ਕਰਕੇ ਧਾਰਨਾ ਬਣਾਈ ਹੋਈ ਆ ਕਾਫੀ ਵਿਦਵਾਨਾਂ ਦੀ ਕਿ ਜੋ ਨਾਵਲ ਹੈ ਇਹ ਉਪਜਿਆ ਹੈ ਪੱਛਮੀ ਪ੍ਰਭਾਵ ਦੇ ਅਧੀਨ, ਤਾਂ ਇਹ ਪੱਛਮੀ ਪ੍ਰਭਾਵ ਦੇ ਅਧੀਨ ਨਹੀਂ ਉਪਜਿਆ। ਇਹ ਉਪਜਿਆ ਹੈ ਪੱਛਮੀ ਪ੍ਰਭਾਵ ਦੇ ਵਿਰੁੱਧ, ਠੀਕ ਹੈ। ਅਧੀਨ ਅਤੇ ਵਿਰੁੱਧ ਦੇ ਵਿੱਚ ਫਰਕ ਹੁੰਦਾ। ਅਧੀਨ ਤਾਂ ਗੁਲਾਮੀ ਦਾ ਪ੍ਰਤੀਕ ਹੈ ਨਾ, ਵਿਰੁੱਧ ਟਾਕਰੇ ਦਾ ਪ੍ਰਤੀਕ ਹੈ, ਠੀਕ ਹੈ। ਅਤੇ ਇਸ ਕਰਕੇ ਆਪਾਂ ਇਸ ਨੂੰ ਮੰਨ ਸਕਦੇ ਹਾਂ ਆਧੁਨਿਕ ਕਾਲ ਦੀ ਦੇਣ, ਕਿਉਂਕਿ ਅਸਲ ਦੇ ਵਿੱਚ ਉੱਭਰਿਆ ਹੈ 20ਵੀਂ ਸਦੀ ਦੇ ਵਿੱਚ। ਉਸ ਤੋਂ ਬਾਅਦ 21ਵੀਂ ਸਦੀ ਦੇ ਵਿੱਚ ਵੀ ਇਸ ਦਾ ਜਿਹੜਾ ਵਿਕਾਸ ਆ ਉਹ ਬਹੁਤ ਜ਼ਿਆਦਾ ਹੋਇਆ। ਜੇ ਗੱਲ ਕਰੀਏ ਇਸ ਦੇ ਸ਼ਬਦੀ ਅਰਥ ਦੀ, ਤਾਂ ਇਹ ਲਿਆ ਗਿਆ ਜੀ ਨੋਵਲ ਵਰਡ ਤੋਂ। ਅੰਗਰੇਜ਼ੀ ਦਾ ਸ਼ਬਦ ਹੈ ਇਹ, ਇਸ ਨੂੰ ਆਪਾਂ ਜਿਉਂ ਦਾ ਤਿਉਂ ਲੈ ਲਿਆ ਪੰਜਾਬੀ ਦੇ ਵਿੱਚ, ਨਾਵਲ ਨੋਵਲ, ਠੀਕ ਹੈ। ਇਹ ਲਿਆ ਗਿਆ ਲੈਟਿਨ ਵਰਡ ਨੋਵੇਲਾ ਤੋਂ, ਠੀਕ ਹੈ। ਇਸ ਦਾ ਮਤਲਬ ਨਵਾਂ ਵੀ ਮੰਨਿਆ ਜਾਂਦਾ, ਨੋਵੇਲਾ ਨਵਾਂ ਨਵੇਲਾ, ਹੈ ਨਾ। ਇਹ ਸ਼ਬਦ ਵੀ ਉਹ 'ਚੋਂ ਹੀ ਆਇਆ, ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਹਾਂ ਨਵੀਂ ਨਵੇਲੀ, ਨਵਾਂ ਨਵੇਲਾ, ਓਕੇ। ਤਾਂ ਇਸ ਦਾ ਮਤਲਬ ਹੈ ਜੀ ਸੋਚੀ ਜਾਂ ਤਾਜ਼ਾ ਜਾਂ ਫਿਰ ਨਵੀਂ ਬੀਤੀ ਘਟਨਾ। ਇਹਨੇ ਇਸ ਦੇ ਸ਼ਬਦੀ ਅਰਥ। ਅਤੇ ਇੱਕ ਹੋਰ ਅਰਥ ਮੰਨਿਆ ਜਾਂਦਾ ਹੈ, ਖਬਰ ਵੀ ਕਿਹਾ ਜਾਂਦਾ ਹੈ ਇਸ ਨੂੰ, ਅਤੇ ਸਮਾਚਾਰ ਵੀ ਮੰਨ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਹਿੰਦੀ ਦੇ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ। ਤਾਂ ਹਿੰਦੀ ਦੇ ਵਿੱਚ ਇਸ ਨੂੰ ਕਹਿੰਦੇ ਨੇ ਜੀ ਉਪਨਿਆਸ। ਉਪਨਿਆਸ ਕਿਹਾ ਜਾਂਦਾ ਹੈ ਹਿੰਦੀ ਦੇ ਵਿੱਚ। ਇਹ ਵੀ ਦੋ ਸ਼ਬਦਾਂ ਤੋਂ ਬਣਿਆ, ਉਪ ਅਤੇ ਨਿਆਸ। ਉਪ ਦਾ ਮਤਲਬ ਕੋਲ, ਨਜ਼ਦੀਕ, ਨੀਅਰ। ਨਿਆਸ ਦਾ ਮਤਲਬ ਰੱਖਣਾ, ਕੋਲ ਰੱਖਣਾ, ਠੀਕ ਹੈ। ਇਹ ਕਿਉਂ ਲਿਆ ਜਾਂਦਾ ਇਸ ਦਾ ਮਤਲਬ? ਇਹ ਸ਼ਬਦ ਹੀ ਕਿਉਂ ਲਿਆ ਨਾਮ ਦੇ ਵਿੱਚ? ਕਿਉਂਕਿ ਨਾਵਲ ਪੜ੍ਹਦੇ ਸਮੇਂ ਜਿਹੜਾ ਪਾਠਕ ਹੁੰਦਾ ਉਸਨੂੰ ਉਹ ਨਾਵਲ ਆਪਦੀ ਜ਼ਿੰਦਗੀ ਦੇ ਕੋਲ ਕੋਲ ਲੱਗਦਾ, ਠੀਕ ਹੈ। ਐਵੇਂ ਲੱਗਦਾ ਵੀ ਕਿਤੇ ਨਾ ਕਿਤੇ ਮੇਰੀ ਜਿਹੜੀ ਲਾਈਫ ਆ ਉਹ ਵੀ ਰਿਲੇਟ ਕਰਦੀ ਹੈ ਇਹਦੇ ਨਾਲ, ਠੀਕ ਹੈ, ਸੰਬੰਧਿਤ ਹੈ। ਇਸ ਤਰ੍ਹਾਂ ਇਸ ਦਾ ਅਰਥ ਹੈ ਉਪਨਿਆਸ ਦਾ। ਇਸ ਬਾਰੇ ਕਾਫੀ ਇੰਪੋਰਟੈਂਟ ਹੈ, ਤੁਸੀਂ ਪੇਪਰ ਦੇ ਪੱਖ ਤੋਂ ਇਹਨੂੰ ਕਰ ਲੈਣਾ। ਰਾਲਫ ਫੌਕਸ ਦੇ ਅਨੁਸਾਰ ਨਾਵਲ ਕਲਪਨਾ ਪ੍ਰਧਾਨ ਗਦ ਹੀ ਨਹੀਂ ਹੁੰਦਾ, ਸਗੋਂ ਮਾਨਵ ਜੀਵਨ ਦਾ ਸੱਚ ਹੈ। ਇਹ ਪਰਿਭਾਸ਼ਾ ਕਰ ਲੈਣੀ ਹੈ। ਇਸ ਤੋਂ ਬਾਅਦ ਜੇ ਗੱਲ ਕਰੀਏ ਇਸਦੇ ਤੱਤਾਂ ਦੀ, ਤਾਂ ਇਸਦੇ ਤੱਤ ਨੇ ਮੰਨੇ ਜਾਂਦੇ, ਜਿਹੜਾ ਮੇਨ ਤੱਤ ਮੰਨਦੇ ਆਪਾਂ ਉਹ 6 ਨੇ। ਕਥਾ ਵਸਤੂ, ਠੀਕ ਹੈ,
ਚਰਿੱਤਰ ਚਿੱਤਰਨ, ਵਾਰਤਾਲਾਪ, ਵਾਤਾਵਰਨ, ਸ਼ੈਲੀ ਤੇ ਉਦੇਸ਼। ਇਸ ਤੋਂ ਬਾਅਦ ਜੀ ਜਿਹੜਾ ਨਾਵਲ ਹੈ ਉਹ ਸ਼ੁਰੂ ਕਿੱਥੋਂ ਹੋਇਆ, ਠੀਕ ਹੈ, ਸ਼ੁਰੂਆਤ ਕਿੱਥੋਂ ਹੋਈ। ਤਾਂ ਜਿਹੜੇ ਈਸਾਈ ਮਿਸ਼ਨਰੀਆਂ ਦੇ ਨਾਵਲ ਦੀ ਪ੍ਰਕਿਰਤੀ ਸੀ, ਉਹਨਾਂ ਨੇ ਸ਼ੁਰੂ ਕੀਤਾ ਸੀ ਨਾਵਲ ਅਸਲ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਅਤੇ ਵਪਾਰਕ ਉਦੇਸ਼ਾਂ ਦੇ ਲਈ, ਠੀਕ ਹੈ। ਤਾਂ ਉਹਨਾਂ ਦਾ ਜਿਹੜਾ ਮੇਨ ਉਹਨਾਂ ਦੀ ਪ੍ਰਕਿਰਤੀ ਕੀ ਸੀ, ਕੀ ਸਾਬਿਤ ਕਰਨਾ ਚਾਹੁੰਦੇ ਸੀ ਉਹ ਆਪਣੇ ਨਾਵਲਾਂ ਦੁਆਰਾ, ਉਹ ਕਰਨਾ ਚਾਹੁੰਦੇ ਸੀ ਜੀ ਬ੍ਰਿਟਿਸ਼ ਸਾਮਰਾਜ ਨੂੰ ਨਿਆਂਸ਼ੀਲ ਬਣਾਉਣਾ ਚਾਹੁੰਦੇ ਸੀ, ਠੀਕ ਹੈ। ਨਿਆਂਸ਼ੀਲ ਬਣਾਉਣਾ ਮਤਲਬ ਇਸ ਤਰ੍ਹਾਂ ਪ੍ਰਤੀਤ ਹੋਵੇ ਕਿ ਜੋ ਵੀ ਅਸੀਂ ਕਰ ਰਹੇ ਹਾਂ, ਜੋ ਵੀ ਬ੍ਰਿਟਿਸ਼ ਸਾਮਰਾਜ ਕਰ ਰਿਹਾ ਸੀ ਉਸ ਸਮੇਂ, ਕਿ ਉਹ ਹੈ ਜਸਟਿਸ ਦੇ ਪੱਖ ਤੋਂ ਸਹੀ ਹੈ, ਠੀਕ ਹੈ, ਨਿਆਂਸ਼ੀਲ ਬਣਾਉਣਾ ਚਾਹੁੰਦੇ ਸੀ। ਇਸ ਤੋਂ ਬਾਅਦ ਗੱਲ ਕਰੀਏ ਆਪਣੇ ਪਹਿਲੇ ਭਾਰਤੀ ਨਾਵਲ ਦੀ, ਅਤੇ ਓਬੀਅਸ ਆ ਪਹਿਲਾਂ ਬੰਗਾਲ ਦੇ ਵਿੱਚ ਹੀ ਹੋਊਗਾ, ਠੀਕ ਹੈ। ਤਾਂ ਬੰਗਾਲ ਦੇ ਵਿੱਚ ਹੀ ਹੋਇਆ ਨਾਵਲ ਆ ਜਿਹੜਾ ਪਹਿਲਾ, ਮਤਲਬ ਜਿਹਨੂੰ ਅਸੀਂ ਨਾਵਲ ਦੀ ਕਿਰਤ ਮੰਨ ਸਕਦੇ ਹਾਂ, ਠੀਕ ਹੈ, ਨਾਵਲ ਮੂਲ ਰਚਨਾ ਮੰਨ ਸਕਦੇ ਹਾਂ। ਸੰਪੂਰਨ ਨਾਵਲ ਤਾਂ ਨਹੀਂ ਕਹਿ ਸਕਦੇ, ਪਰ ਨਾਵਲ ਵਾਲੇ ਲੱਛਣ ਸੀ ਉਸ ਦੇ ਵਿੱਚ। ਉਹ ਸੀ ਜੀ ਆਲਾਲੇਰ ਗੁਰੇਰ ਦੁਲਾਲ। ਇਹ ਲਿਖਿਆ ਸੀ ਪਿਆਰਾ ਚੰਦ ਮਿੱਤਰਾ ਨੇ। ਇਸ ਤੋਂ ਬਿਨਾਂ ਇੱਕ ਹੋਰ ਪ੍ਰਸ਼ਨ ਵੀ ਹੈ ਇਸ ਦੇ ਨਾਲ, ਕਿ ਜੋ ਮੌਲਿਕ ਨਾਵਲ ਹੈ, ਭਾਰਤ ਦਾ ਮੌਲਿਕ ਨਾਵਲ ਹੈ, ਉਹ ਮੰਨਿਆ ਜਾਂਦਾ ਹੈ ਆਨੰਦ ਮੱਠ ਨੂੰ, ਠੀਕ ਹੈ, ਬੰਕਿਮ ਚੰਦਰ ਚੈਟਰਜੀ ਦਾ ਆਨੰਦ ਮੱਠ। ਇਸ ਤੋਂ ਬਾਅਦ ਆਹ ਕਥਨ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਕਰ ਲਿਓ। ਪੰਜਾਬੀ ਨਾਵਲ ਨੂੰ ਜਨਮ ਸਾਖੀਆਂ ਦਾ ਉੱਤਰਾਧਿਕਾਰੀ ਮੰਨਿਆ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ। ਪ੍ਰਿੰਸੀਪਲ ਤੇਜਾ ਸਿੰਘ ਤਾਂ ਉਸ ਤੋਂ ਵੀ ਅੱਗੇ ਨਿਕਲ ਗਏ, ਉਹ ਕਹਿੰਦੇ ਨਾਵਲ ਦੀ ਸ਼ੁਰੂਆਤ ਤਾਂ ਜਨਮ ਸਾਖੀਆਂ ਦੇ ਸਮੇਂ ਹੀ ਹੋ ਗਈ ਸੀ, ਇਸ ਦੇ ਅੰਸ਼ ਤਾਂ ਸਾਨੂੰ ਜਨਮ ਸਾਖੀਆਂ ਦੇ ਵਿੱਚ ਹੀ ਮਿਲ ਜਾਂਦੇ ਆ। ਇਸ ਤੋਂ ਬਾਅਦ ਆ ਗਏ ਵਿਵਾਦਿਤ ਪ੍ਰਸ਼ਨ, ਠੀਕ ਹੈ, ਜਿਹਦੇ ਪਿੱਛੇ ਵਿਵਾਦ ਪੈਂਦੇ ਨੇ, ਕਨਫਿਊਜ਼ਨ ਰਹਿੰਦੀ ਹੈ। ਸਟੂਡੈਂਟਸ ਨੂੰ ਤਾਂ ਕੀ, ਜੋ ਲੇਖਕ ਹੋਏ ਨੇ ਉਹਨਾਂ ਨੂੰ ਵੀ ਕਨਫਿਊਜ਼ਨ ਹੈ, ਇਹਦੇ ਪਿੱਛੇ ਕਾਫੀ ਬਹਿਸ ਵੀ ਹੋਈ ਹੈ, ਠੀਕ ਹੈ, ਕਾਫੀ ਖੋਜਾਂ ਵੀ ਹੋਈਆਂ ਨੇ, ਪਰ ਆਪਾਂ ਕੋਸ਼ਿਸ਼ ਕਰਾਂਗੇ ਇਸ ਚੀਜ਼ ਨੂੰ ਕਲੀਅਰ ਕਰਨ ਦੀ। ਤਾਂ ਪਹਿਲਾ ਪੰਜਾਬੀ ਅਨੁਵਾਦਿਤ ਨਾਵਲ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਜੌਨ ਬਨੀਅਨ ਦੁਆਰਾ ਸੀ, ਪਿਲਗ੍ਰਿਮਸ ਪ੍ਰੋਗਰੈਸ। ਇਸ ਨੂੰ ਅਨੁਵਾਦਿਤ ਕਰਵਾਇਆ ਸੀ ਈਸਾਈ ਮਿਸ਼ਨਰੀਆਂ ਨੇ। ਕਿਹੜੇ ਨਾਮ ਅਧੀਨ? ਮਸੀਹੀ ਮੁਸਾਫਰ ਦੀ ਯਾਤਰਾ, ਯਿਸੂ ਮਸੀਹ ਦੇ ਬਾਰੇ ਹੈ, ਠੀਕ ਹੈ, 1859 ਦੇ ਵਿੱਚ, ਠੀਕ ਹੈ। ਇਹਨੂੰ ਪੰਜਾਬੀ ਦਾ ਪਹਿਲਾ ਅਨੁਵਾਦਿਤ ਨਾਵਲ ਕਿਹਾ ਜਾਂਦਾ ਹੈ, ਪਰ ਇਹ ਜਿਉਂ ਦਾ ਤਿਉਂ ਉਲੱਥਾ ਸੀ। ਸਮਝ ਦੇ ਪੱਖ ਤੋਂ ਨਹੀਂ ਮੰਨ ਸਕਦੇ ਇਸ ਨੂੰ ਆਪਾਂ ਪੰਜਾਬੀ 'ਚ, ਕਿਉਂਕਿ ਜਿੱਦਾਂ ਜਿੱਦਾਂ ਉਸ ਦੇ ਵਿੱਚ ਟਰਾਂਸਲੇਸ਼ਨ ਹੋਈ ਇੰਗਲਿਸ਼ ਟੂ ਪੰਜਾਬੀ, ਉਸੇ ਤਰ੍ਹਾਂ ਦਾ ਹੀ ਇਹ ਲਿਖਿਆ ਗਿਆ ਸੀ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਦੂਸਰਾ ਨਾਵਲ, ਜਿਸ ਦਾ ਨਾਮ ਹੈ ਜੋਤਿਰੁਦਯ। ਜੋਤਿਰੁਦਯ ਦਾ ਮਤਲਬ ਕਿ ਅਸੀਂ ਪ੍ਰਵੇਸ਼ ਕਰ ਰਹੇ ਹਾਂ ਨਾਵਲ ਦੇ ਦੂਸਰੇ ਪੜਾਅ 'ਚ। ਪਹਿਲਾਂ ਅਨੁਵਾਦਿਤ, ਅਤੇ ਹੁਣ ਇਹਨੂੰ ਅਨੁਵਾਦਿਤ ਮੰਨਣਾ ਜਾਂ ਫਿਰ ਇਹਨੂੰ ਮੌਲਿਕ ਮੰਨਣਾ, ਠੀਕ ਹੈ। 70% ਨੇ ਜਿਹੜੇ ਸਟੂਡੈਂਟ ਵੀ ਅਤੇ ਟੀਚਰਸ ਵੀ ਜੋ ਪੜ੍ਹਾ ਰਹੇ ਨੇ ਪੰਜਾਬੀ ਨੂੰ, ਠੀਕ ਹੈ, ਉਹ ਮੰਨ ਰਹੇ ਨੇ ਮੌਲਿਕ ਜਿਹੜਾ ਪੰਜਾਬੀ ਦਾ, ਠੀਕ ਹੈ, ਮੌਲਿਕ ਵੀ ਕਹਿ ਰਹੇ ਨੇ ਇਹਨੂੰ ਅਤੇ ਪਹਿਲਾ ਵੀ ਕਹਿ ਰਹੇ ਨੇ। ਪਹਿਲਾ ਅਤੇ ਮੌਲਿਕ ਦੋਨਾਂ ਦੇ ਵਿੱਚ ਕਨਫਿਊਜ਼ਨ ਹੈ 70% ਸਟੂਡੈਂਟਸ ਨੂੰ, ਅਤੇ 30% ਮੰਨ ਰਹੇ ਨੇ ਵੀ ਨਹੀਂ, ਇਹ ਹੈ ਹੀ ਨਹੀਂ ਗਾ, ਪਹਿਲਾ ਮੌਲਿਕ ਤਾਂ ਭਾਈ ਵੀਰ ਸਿੰਘ ਦਾ ਹੈ, ਠੀਕ ਹੈ। ਹੁਣ ਇਹ ਤਾਂ ਸਾਨੂੰ ਪਤਾ ਹੈ ਕਿ ਭਾਈ ਵੀਰ ਸਿੰਘ ਦਾ ਜਿਹੜਾ ਨਾਵਲ ਹੈ ਉਹ ਪਹਿਲਾ ਹੈ, ਮੌਲਿਕ ਹੈ, ਅਤੇ ਫਿਰ ਜੋਤਿਰੁਦਯ ਕੀ ਹੈ, ਠੀਕ ਹੈ। ਤਾਂ ਜਿਹੜਾ ਜੋਤਿਰੁਦਯ ਨਾਵਲ ਹੈ ਜੀ, ਇਸ ਨੂੰ ਆਪਾਂ ਦੂਸਰਾ ਅਨੁਵਾਦਿਤ ਨਾਵਲ ਕਹਿ ਸਕਦੇ ਹਾਂ। ਪਰ ਇਹਨੇ ਭੁਲੇਖਾ ਕਿਉਂ ਪਾਇਆ ਹੋਇਆ ਕਿ ਇਹ ਪਹਿਲਾ ਗਾ? ਕਿਉਂਕਿ ਇਸ ਨੂੰ ਇਸ ਤਰ੍ਹਾਂ ਜਾਪਦਾ ਹੈ, ਪੜ੍ਹੇ ਤੋਂ ਇਸ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਕੋਈ ਪੰਜਾਬੀ ਭਾਸ਼ਾ ਬੋਲਣ ਵਾਲੇ ਨੇ ਇਸ ਨੂੰ ਲਿਖਿਆ, ਠੀਕ ਹੈ। ਪਰ ਜਿਹੜੇ ਇਹਦੇ ਥੋਟਸ ਨੇ, ਜਿਹੜੇ ਇਹਦੇ ਵਿਚਾਰ ਨੇ, ਉਹ ਲੱਗਦੇ ਹੀ ਨਹੀਂ ਵੀ ਉਹ ਕਿਸੇ ਪੰਜਾਬੀ ਦੁਆਰਾ ਲਿਖੇ ਗਏ ਆ, ਠੀਕ ਹੈ। ਅਤੇ ਬਾਕੀ ਇਹਦਾ ਜੋ ਮਟੀਰੀਅਲ ਹੈ ਇਹਦੇ ਵਿੱਚ ਦਿੱਤਾ ਹੋਇਆ, ਠੀਕ ਹੈ, ਉਹਦੇ ਵਿੱਚ ਤਾਂ
ਜਿਹੜਾ ਭਾਰਤੀ ਸਾਹਿਤ ਦੇ ਵਿੱਚ ਹੁਣ ਪੰਜਾਬੀ ਵੀ ਤਾਂ ਆਉਂਦਾ ਹੀ ਹੈ, ਤਾਂ ਉਹਦੇ ਪ੍ਰਤੀ ਤਾਂ ਗਿਲਾਨੀ ਪ੍ਰਗਟ ਕੀਤੀ ਹੈ ਉਹਨਾਂ ਨੇ, ਰੋਸ ਪ੍ਰਗਟ ਕੀਤਾ, ਠੀਕ ਹੈ, ਨਿੰਦਿਆ ਦੇ ਪੱਖ ਮਿਲਦੇ ਨੇ। ਤਾਂ ਇਹ ਹੁਣ ਸਾਰੀ ਜਿਹੜੀ ਖੋਜ ਹੈਗੀ ਉਹ ਕੀਤੀ ਸੀ ਜੋਗਿੰਦਰ ਸਿੰਘ ਰਾਹੀ ਜੀ ਨੇ, ਠੀਕ ਹੈ, ਇਹ ਵਿਦਵਾਨ ਨੇ, ਇਹਨਾਂ ਨੇ ਕੀਤੀ ਖੋਜ। ਕਿਉਂਕਿ ਇਸ ਤੋਂ ਪਹਿਲਾਂ ਜੋ ਗੁਰਚਰਨ ਸਿੰਘ ਆਸ਼ੇ ਸੀਗੇ ਉਹ ਮੰਨਦੇ ਸੀ ਕਿ ਪਹਿਲਾ ਮੌਲਿਕ ਨਾਵਲ ਆ ਜਿਹੜਾ ਪੰਜਾਬੀ ਦਾ ਉਹ ਕਿਹੜਾ ਗਾ, ਜੋਤ ਰੁੱਤ। ਪਰ ਉਸ ਤੋਂ ਬਾਅਦ ਇਸ ਖੋਜ ਤੋਂ ਬਾਅਦ ਪਤਾ ਚੱਲਿਆ ਕਿ ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿਰੁੱਧ, ਠੀਕ ਹੈ, ਜਾਂ ਭਾਰਤੀ ਜਿਹੜੀ ਸੰਸਕ੍ਰਿਤੀ ਹੈ ਵਿਰੁੱਧ, ਉਸ ਦੇ ਵਿਰੁੱਧ ਹੀ ਗਿਲਾਨੀ ਪੇਸ਼ ਕੀਤੀ ਗਈ ਹੈ, ਉਸ ਦੇ ਵਿਰੁੱਧ ਗੱਲਾਂ ਲਿਖੀਆਂ ਗਈਆਂ ਨੇ, ਉਹਨੂੰ ਤੁਸੀਂ ਕਿਸ ਤਰ੍ਹਾਂ ਮੰਨ ਲਓਗੇ ਪੰਜਾਬੀ ਦਾ ਮੌਲਿਕ ਨਾਵਲ। ਇਸ ਕਰਕੇ ਇਸ ਨੂੰ ਪਹਿਲਾ ਮੰਨਿਆ ਜਾਂਦਾ ਹੈ ਪਰ ਮੌਲਿਕ ਨਹੀਂ ਮੰਨਿਆ ਜਾਂਦਾ। ਪਰ ਅਸਲ ਦੇ ਵਿੱਚ ਅਸੀਂ ਇਸ ਨੂੰ ਮੰਨਾਂਗੇ ਦੂਸਰਾ ਅਨੁਵਾਦਿਤ ਨਾਵਲ। ਪਰ ਹੁਣ ਜੇ ਪੇਪਰ ਦੇ ਵਿੱਚ ਆ ਗਿਆ ਤਾਂ ਪੇਪਰ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਪੁੱਛਿਆ ਜਾਊਗਾ ਜਿੱਥੋਂ ਤੱਕ ਮੇਰਾ ਆਈਡੀਆ ਹੈ, ਠੀਕ ਹੈ। ਪਰ ਸਾਰੇ ਪਰਫੈਕਟ ਤਾਂ ਹੁੰਦੇ ਨਹੀਂ, ਮੈਂ ਵੀ ਨਹੀਂ, ਪਰ ਜਿੱਥੋਂ ਤੱਕ ਮੇਰਾ ਵੀ ਆਈਡੀਆ ਤਾਂ ਇਹੀ ਹੈ ਕਿ ਜੇ ਤਾਂ ਆਇਆ ਪੰਜਾਬੀ ਦਾ ਪਹਿਲਾ ਨਾਵਲ, ਠੀਕ ਹੈ, ਫਿਰ ਇਸ ਦਾ ਆਨਸਰ ਹੋ ਸਕਦਾ ਜੋਤ ਰੁੱਤ। ਪਰ ਜੇ ਪਹਿਲਾ ਮੌਲਿਕ ਆ ਗਿਆ ਨਾਲ ਤਾਂ ਫਿਰ ਅਸੀਂ ਕਰਾਂਗੇ ਸੁੰਦਰੀ ਨਾਵਲ ਭਾਈ ਵੀਰ ਸਿੰਘ ਦਾ, ਜਿਹੜਾ ਕਿ ਆਪਾਂ ਅੱਗੇ ਕਰ ਰਹੇ ਹਾਂ, ਠੀਕ ਹੈ ਜੀ। ਚਲੋ ਇਹ ਤਾਂ ਹੋ ਗਿਆ। ਇਸ ਤੋਂ ਬਾਅਦ ਜੋ ਇਹ ਦੋਨੇ ਸੀਗੇ ਨਾਵਲ ਲੁਧਿਆਣਾ ਮਿਸ਼ਨ ਪ੍ਰੈਸ ਦੇ ਵਿੱਚ ਛਪੇ ਸੀ, ਅਤੇ ਇਸ ਨੂੰ ਛਪਵਾਇਆ ਸੀਗਾ ਸਰ, ਜਾਂ ਫਿਰ ਉਹਨੂੰ ਪਾਦਰੀ ਵੀ ਕਹਿ ਦਿੰਦੇ ਨੇ, ਪਾਦਰੀ ਵੇਰੀ ਦੁਆਰਾ 1882 ਦੇ ਵਿੱਚ। ਇਹ ਯਾਦ ਰੱਖ ਲੈਣਾ ਤੁਸੀਂ, ਜੋਤ ਰੁੱਤ। ਇਸ ਤੋਂ ਬਾਅਦ ਜੀ ਇੱਕ ਹੋਰ ਬਹਿਸ, ਠੀਕ ਹੈ, ਇੱਕ ਹੋਰ ਜਿਹੜੀ ਸਾਨੂੰ ਮੰਨ ਸਕਦੇ ਹਾਂ ਅਸੀਂ, ਉਲਝਾ ਸਕਦੀ ਹੈ ਗੱਲ, ਉਹ ਹੈ ਡਾਕਟਰ ਜੱਗੀ ਅਤੇ ਕਸੇਲ ਦੀ, ਡਾਕਟਰ ਕਿਰਪਾਲ ਸਿੰਘ ਕਸੇਲ, ਠੀਕ ਹੈ। ਉਹ ਦੋਨੇ ਹੁਣ ਕੀ ਮੰਨਦੇ ਨੇ, ਕਹਿੰਦੇ ਵੀ ਜਿਹੜਾ ਜੰਗ ਮੜੌਲੀ ਹੈ ਇਹ ਲਿਖਿਆ ਗਿਆ ਡਾਕਟਰ ਚਰਨ ਸਿੰਘ ਦੁਆਰਾ। ਇਹ ਹੈ ਜੀ ਪਹਿਲਾ ਮੌਲਿਕ ਪੰਜਾਬੀ ਨਾਵਲ, ਠੀਕ ਹੈ। ਪਰ ਇਹਦੀ ਜਿਹੜੀ ਟੋਨ ਹੈਗੀ ਉਹ ਨਿਰੋਲ ਰਹੱਸਵਾਦੀ ਹੈ, ਅਤੇ ਇਹ ਨਾਵਲ ਦੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਪੂਰੀਆਂ ਨਹੀਂ ਕਰ ਰਿਹਾ, ਤਾਂ ਇਸ ਨੂੰ ਵੀ ਨਕਾਰ ਦਿੱਤਾ ਗਿਆ ਕਿ ਇਹ ਵੀ ਨਹੀਂ ਆ। ਜਿਸ ਤਰ੍ਹਾਂ ਜੋਤ ਰੁੱਤ ਨੂੰ ਨਕਾਰਿਆ, ਜਿਸ ਨੂੰ ਮਸੀਹ ਦੀ ਯਾਤਰਾ ਵਾਲੇ ਨੂੰ ਨਕਾਰਿਆ, ਉਸੇ ਤਰ੍ਹਾਂ ਇਸ ਨੂੰ ਵੀ ਨਕਾਰ ਦਿੱਤਾ ਗਿਆ। ਤਾਂ ਫਿਰ ਹੈ ਕਿਹੜਾ ਜੀ ਪਹਿਲਾਂ, ਉਹ ਹੈ ਭਾਈ ਵੀਰ ਸਿੰਘ ਦਾ ਨਾਵਲ ਸੁੰਦਰੀ। ਅਤੇ ਕਦੋਂ ਆਇਆ, 1897 ਦੇ ਵਿੱਚ, ਜਿੱਥੋਂ ਮੁੱਢ ਵੱਜ ਗਿਆ ਸਾਡੇ ਪੰਜਾਬੀ ਨਾਵਲ ਦਾ। ਇਸ ਤੋਂ ਅੱਗੇ ਗੱਲ ਕਰਦੇ ਹਾਂ ਆਪਾਂ ਜਿਹੜੇ ਮੁੱਢਲੇ ਪੰਜਾਬੀ ਨਾਵਲ ਸੀ ਉਹਨਾਂ ਦਾ ਉਦੇਸ਼ ਕੀ ਸੀ। ਉਹਨਾਂ ਦਾ ਉਦੇਸ਼ ਸੀ ਜੀ ਸਿੱਖ ਧਰਮ ਪ੍ਰਤੀ ਸਿੱਖਾਂ ਨੂੰ ਦ੍ਰਿੜ ਹੋਣ ਲਈ ਪ੍ਰੇਰਿਤ ਕਰਨਾ। ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਜਿਹੜੇ ਉਸ ਸਮੇਂ ਜਿਹੜਾ ਨਾਵਲ ਸੀ ਉਸ ਦਾ ਜਨਮ ਕਿਉਂ ਹੋਇਆ, ਵਿਰੋਧ ਵਜੋਂ ਹੋਇਆ, ਕਿਉਂਕਿ ਜਿਹੜੇ ਅੰਗਰੇਜ਼ ਸੀ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਸੀ ਅਤੇ ਦੂਸਰੇ ਧਰਮਾਂ ਦੇ ਵਿੱਚ ਨੁਕਸ ਕੱਢ ਰਹੇ ਸੀ, ਠੀਕ ਹੈ, ਉਹਨਾਂ ਦੀ ਨਿੰਦਿਆ ਕਰ ਰਹੇ ਸੀ। ਤਾਂ ਆਪਣੇ ਧਰਮ ਨੂੰ ਬਚਾਉਣ ਦੇ ਲਈ, ਸਿੱਖਾਂ ਨੂੰ ਪਰਪੱਕ ਕਰਨ ਦੇ ਲਈ ਕਿ ਆਪਣੇ ਧਰਮ ਦੇ ਵਿੱਚ ਦ੍ਰਿੜ ਰਹੋ ਤੁਸੀਂ, ਤਾਂ ਇਹ ਨਾਵਲ ਰਚੇ ਸੀ ਕਿਸਨੇ, ਭਾਈ ਵੀਰ ਸਿੰਘ ਨੇ। ਤੁਸੀਂ ਉਹਨਾਂ ਦੇ ਨਾਵਲ ਚਾਹੇ ਸਤਵੰਤ ਕੌਰ ਦੇਖ ਲਓ, ਚਾਹੇ ਬਾਬਾ ਨੌਧ ਸਿੰਘ ਦੇਖ ਲਓ, ਠੀਕ ਹੈ, ਚਾਹੇ ਸੁੰਦਰੀ ਨਾਵਲ ਹੀ ਦੇਖ ਲਓ। ਨਾਇਕ ਕੌਣ ਹੈ, ਇੱਕ ਸਿੱਖ ਵਿਅਕਤੀ ਜਾਂ ਇੱਕ ਸਿੱਖ ਔਰਤ। ਸਿੱਖੀ ਨੂੰ ਪੇਸ਼ ਕੀਤਾ ਗਿਆ, ਸਿੱਖੀ ਦੇ ਉੱਤੇ ਹੀ ਜ਼ੋਰ ਦਿੱਤਾ ਗਿਆ, ਤਾਂ ਕਰਕੇ ਇਹ ਸੁਧਾਰਵਾਦੀ ਨਾਵਲ ਸੀਗੇ, ਠੀਕ ਹੈ। ਉਸ ਤੋਂ ਬਾਅਦ ਇਹਨੂੰ ਆਪਾਂ ਦੇਣ ਕਿਸ ਦੀ ਮੰਨਦੇ ਹਾਂ ਨਾਵਲ ਨੂੰ, ਤਾਂ ਉਹ ਪੂੰਜੀਵਾਦੀ ਯੁੱਗ ਦੀ ਦੇਣ ਹੈ ਜੀ। ਨਾਵਲ ਕੀ ਹੈ, ਸਧਾਰਨ ਮਨੁੱਖ ਦੀ ਅਸਧਾਰਨਤਾ ਪੇਸ਼ ਕਰਦਾ ਹੈ। ਇੱਕ ਸਧਾਰਨ ਜਾਂ ਮਨੁੱਖ, ਉਸਦਾ ਐਵੇਂ ਵਰਣਨ ਕੀਤਾ ਜਾਂਦਾ ਹੈ ਸਾਡੇ ਮੂਹਰੇ ਕਿ ਉਹ ਇਨਸਾਨ ਹੀ ਸਾਨੂੰ ਹੀਰੋ ਲੱਗਣ ਲੱਗ ਜਾਂਦਾ ਹੈ, ਠੀਕ ਹੈ। ਭਾਵੇਂ ਕਿ ਉਹ ਭਾਵੇਂ ਪੇਂਡੂ ਵਾਤਾਵਰਨ 'ਚੋਂ ਲੈ ਲਓ, ਠੀਕ ਹੈ, ਪੇਂਡੂ ਏਰੀਏ ਦੇ ਵਿੱਚੋਂ ਕਿਸੇ ਦੀ ਕਥਾ ਬਿਆਨ ਕੀਤੀ ਹੁੰਦੀ, ਚਲੋ ਆਪਾਂ ਜ਼ਿਆਦਾ ਨਹੀਂ ਜਾਣਾ ਇਸ ਪਾਸੇ, ਉਹਦੀ ਸਧਾਰਨਤਾ ਜਿਹੜੀ ਉਹ ਪੇਸ਼ ਹੁੰਦੀ ਹੈ। ਇਸ ਤੋਂ ਬਾਅਦ ਸਮਾਜਵਾਦੀ ਨਾਵਲ ਦਾ ਪ੍ਰਵੇਸ਼ ਕਦੋਂ ਹੁੰਦਾ ਹੈ ਪੰਜਾਬੀ ਨਾਵਲ ਦੇ ਸਾਹਿਤ ਖੇਤਰ ਦੇ ਵਿੱਚ, ਉਹ ਹੁੰਦਾ ਜਸਵੰਤ ਕੰਵਲ ਜੀ ਨਾਲ, ਉਹ ਲੈ ਕੇ ਆਉਂਦੇ ਨੇ ਸਮਾਜਵਾਦੀ ਨਾਵਲ। ਦੈਨ ਨਾਵਲੇਟ ਕਿਸ ਨੂੰ ਕਿਹਾ ਜਾਂਦਾ ਹੈ, ਨਾਵਲੇਟ ਛੋਟੇ ਨਾਵਲ, ਆਕਾਰ ਦੇ ਵਿੱਚ ਜਿਹੜੇ ਛੋਟੇ ਹੋਣ, ਠੀਕ ਹੈ ਜੀ।
ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪਹਿਲਾ ਨਾਵਲੇਟ ਮੰਨਿਆ ਕਿਹਨੂੰ ਜਾਂਦਾ, ਉਹ ਲਿਖਿਆ ਸੀ ਜੀ ਮੋਹਨ ਸਿੰਘ ਵੈਦ ਨੇ। ਰਮਿੰਦਰ ਕੌਰ ਨਾਮ ਸੀਗਾ ਨਾਵਲੇਟ ਦਾ, ਮੰਨਿਆ ਜਾਂਦਾ। ਠੀਕ ਹੈ, ਇਹ ਚੀਜ਼ ਧਿਆਨ 'ਚ ਰੱਖਿਓ। ਇਸ ਤੋਂ ਬਿਨਾਂ ਹੋਰ ਨਾਵਲੇਟ ਕਿਹਨੇ ਲਿਖੇ ਜਿਹੜੇ ਆਪਣੇ ਸਿਲੇਬਸ ਦੇ ਵਿੱਚ ਨੇ? ਪ੍ਰੀਤਲੜੀ, ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ, ਸੰਤੋਖ ਸਿੰਘ ਧੀਰ, ਇਹਨਾਂ ਨੇ ਵੀ ਨਾਵਲੇਟ ਰਚੀ। ਅਣਵਿਆਹੀ ਮਾਂ ਵੀ ਜਿਹੜਾ ਪ੍ਰੀਤਲੜੀ ਦਾ, ਉਹ ਨਾਵਲੇਟ ਦੇ ਅਧੀਨ ਆਉਂਦਾ ਹੈ। ਇਸ ਤੋਂ ਬਾਅਦ ਆਹ ਪ੍ਰਸ਼ਨ ਵੈਸੇ ਹੀ ਮੈਂ ਲਿਖ ਲਿਆ, ਕੋਈ ਇੰਨਾ ਜ਼ਰੂਰੀ ਨਹੀਂ ਹੈਗਾ, ਤੁਸੀਂ ਕਰਨਾ ਕਰ ਲਿਓ, ਇਟਸ ਓਕੇ, ਸਕਿਪ ਵੀ ਕਰ ਸਕਦੇ ਹੋ। ਰਚਨਾ ਦੇ ਨਾਮ ਨਾਲ ਜਾਣਿਆ ਜਾਂਦਾ ਨਾਵਲਕਾਰ ਬਲਦੇਵ ਸਿੰਘ। ਠੀਕ ਹੈ, ਜਿਹੜੀ ਵੀ ਰਚਨਾ ਲਿਖਦੇ ਆ ਉਹ ਨਾਮ ਨਾਲ ਹੀ ਇਹਨਾਂ ਨੂੰ ਜਾਣਿਆ ਜਾਣ ਲੱਗ ਪਿਆ ਸੀ। ਜਿੱਦਾਂ ਇਹਨਾਂ ਨੇ ਪਹਿਲਾਂ ਕਹਾਣੀ ਲਿਖੀ ਤਾਂ ਕਹਾਣੀਕਾਰ ਕਹਿਣ ਲੱਗ ਗਏ, ਕਹਾਣੀਕਾਰ ਬਲਦੇਵ ਸਿੰਘ। ਫਿਰ ਇਹਨਾਂ ਨੇ ਯਾਤਰਾ ਸੰਸਮਰਨ ਲਿਖਤਾ, ਸੜਕਨਾਮਾ, ਫਿਰ ਬਲਦੇਵ ਸਿੰਘ ਸੜਕਨਾਮਾ ਕਹਿਣ ਲੱਗ ਗਏ। ਠੀਕ ਹੈ, ਫਿਰ ਇਹਨਾਂ ਨੇ ਨਾਵਲ ਲਿਖਤਾ ਲਾਲ ਬੱਤੀ, ਫਿਰ ਲਾਲ ਬੱਤੀ ਵਾਲਾ ਬਲਦੇਵ ਸਿੰਘ ਕਹਿਣ ਲੱਗੇ। ਇਸ ਤਰ੍ਹਾਂ ਮਤਲਬ ਵੈਸੇ ਹੀ ਇਨਕਲੂਡ ਹੋ ਗਿਆ। ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਨਾਵਲ ਦੀ ਕਥਾ ਵਸਤੂ ਦੇ ਰੂਪ। ਜਿਹੜੀ ਕਥਾ ਵਸਤੂ ਆ, ਕਥਾਨਕ ਆ, ਉਹਦੇ ਰੂਪ ਕਿੰਨੇ ਆ? ਉਹਦੇ ਰੂਪ ਮੰਨੇ ਜਾਂਦੇ ਆ ਜੀ 2, ਮੁੱਖ ਕਥਾ ਜਿਹਦੇ ਵਿੱਚ ਨਾਇਕ ਅਤੇ ਨਾਇਕਾ ਆ ਜਾਂਦੇ ਆ, ਅਤੇ ਪ੍ਰਸੰਗਿਕ ਕਥਾ। ਠੀਕ ਹੈ, ਜਿਵੇਂ ਹੁਣ ਸੀਰੀਅਲ ਦੇ ਵਿੱਚ ਇੱਕ ਜਿਹੜਾ ਹੀਰੋ ਹੀਰੋਇਨ ਹੁੰਦੇ ਆ, ਉਹਨਾਂ ਦੇ ਤਾਂ ਸੀਰੀਅਲ ਕਹਿ ਲਓ, ਫਿਲਮ ਕਹਿ ਲਓ, ਉਹ ਤਾਂ ਚੱਲਦੀ ਹੁੰਦੀ ਉਹਨਾਂ ਦੀ ਕਹਾਣੀ, ਪਰ ਇਹਦੇ ਨਾਲ ਜਿਹੜੇ ਉਹਦਾ ਟਾਈਮ ਲੰਘਾਉਣ ਦੇ ਲਈ, ਠੀਕ ਹੈ, ਲੜੀ ਬਣਾਉਣ ਦੇ ਲਈ, ਜਿੱਥੇ ਜਾ ਕੇ ਉਹਦੀ ਹੀਰੋਪੰਤੀ ਸਾਹਮਣੇ ਆਉਂਦੀ ਹੈ, ਸਾਡੇ ਅਜਿਹੀਆਂ ਘਟਨਾਵਾਂ ਨੂੰ ਵੀ ਸਿਰਜਿਆ ਜਾਂਦਾ। ਜਿਵੇਂ ਆਂਢ ਗੁਆਂਢ 'ਚ ਲੜਾਈ ਦਿਖਾ ਦਿੱਤੀ ਜਾਂਦੀ ਹੈ, ਜਾਂ ਕੋਈ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਉਹ ਦਿਖਾ ਦਿੱਤੀ ਜਾਂਦੀ ਹੈ। ਠੀਕ ਹੈ, ਜਿਸ ਦੇ ਨਾਲ ਇੱਕ ਹੋਰ ਕਥਾ ਵੀ ਚੱਲਦੀ ਰਹਿੰਦੀ ਹੈ ਨਾਲ, ਉਹ ਹੁੰਦੀ ਹੈ ਪ੍ਰਸੰਗਿਕ ਕਥਾ। ਇਸ ਤੋਂ ਬਾਅਦ ਜੋ ਨਾਵਲ ਦੀ ਕਥਾ ਵਸਤੂ ਦੀਆਂ ਵਿਸ਼ੇਸ਼ਤਾਵਾਂ ਨੇ, ਤਾਂ ਉਹ 3 ਮੰਨੀਆਂ ਜਾਂਦੀਆਂ। ਮੌਲਿਕਤਾ, ਕਿ ਨਾਵਲ ਦੇ ਵਿੱਚ ਜਿਹੜੇ ਵਿਚਾਰ ਆ ਨਾ, ਉਹ ਨਾਵਲਕਾਰ ਦੇ ਆਪਦੇ ਹੋਣ। ਰੌਚਕਤਾ, ਬੋਰ ਨਾ ਕਰਦਾ ਹੋਵੇ, ਠੀਕ ਹੈ, ਮੇਰੇ ਵਾਂਗੂ। ਇਸ ਤੋਂ ਬਾਅਦ ਸੰਭਾਵਿਤਾ। ਸੰਭਾਵਿਤਾ ਮਤਲਬ ਕਿ ਐਵੇਂ ਲੱਗੇ ਵੀ ਹਾਂ ਇਹ ਚੀਜ਼ ਹੋ ਸਕਦੀ ਹੈ। ਅਤਕਥਨੀ ਅਲੰਕਾਰ ਨਾ ਵਰਤੇ ਪਏ ਹੋਣ ਉਹ 'ਚ। ਠੀਕ ਹੈ, ਮਤਲਬ ਇਹੋ ਜਿਹੀ ਚੀਜ਼ ਨਾ ਹੋਵੇ ਵੀ ਜਿਹੜਾ ਪੜ੍ਹਨ ਵਾਲਾ ਕਹੇ ਵੀ ਲਿਆ ਤਾਂ ਹੋ ਹੀ ਨਹੀਂ ਸਕਦਾ, ਹੈ ਨਾ, ਉੱਥੇ ਅਗਲਾ ਠੱਪ ਕਰਦੇ, ਬੰਦ ਕਰਦੇ ਕਿਤਾਬ, ਹੈ ਨਾ। ਸੰਭਾਵਿਤ ਘਟਨਾਵਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਆਮ ਜ਼ਿੰਦਗੀ 'ਚ ਪੋਸੀਬਲ ਨੇ, ਹੋ ਸਕਦੀਆਂ ਨੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਇਹ ਪ੍ਰਸ਼ਨ ਆਇਆ ਹੋਇਆ ਪੇਪਰ ਦੇ ਵਿੱਚ, ਧਿਆਨ ਨਾਲ ਕਰ ਲਿਓ। ਇਤਿਹਾਸਿਕ ਨਾਵਲਾਂ ਦੀ ਜਿੰਦ ਜਾਨ ਕਹਾਉਂਦਾ ਹੈ ਦੇਸ਼, ਕਾਲ ਅਤੇ ਵਾਤਾਵਰਨ। ਇਸ ਤੋਂ ਅੱਗੇ ਕਰਾਂਗੇ ਆਪਾਂ ਵਰਗੀਕਰਨ, ਕਿ ਵਰਗੀਕਰਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਨਾਵਲ ਦਾ। ਤਾਂ ਇਹ ਕੀਤਾ ਜਾਂਦਾ ਤੱਤਾਂ ਦੇ ਆਧਾਰ 'ਤੇ, ਠੀਕ ਹੈ, ਵਿਸ਼ੇ ਦੇ ਆਧਾਰ 'ਤੇ ਅਤੇ ਸ਼ੈਲੀ ਦੇ ਆਧਾਰ 'ਤੇ। ਤੱਤਾਂ ਦੇ ਆਧਾਰ 'ਤੇ ਘਟਨਾ ਆਧਾਰਿਤ ਵੀ ਹੋ ਸਕਦੇ ਨਾਵਲ, ਜਿਸ 'ਚ ਘਟਨਾਵਾਂ ਦੀ ਪੇਸ਼ਕਾਰੀ ਹੋਵੇ, ਅਤੇ ਪਾਤਰ ਪ੍ਰਧਾਨ ਨਾਵਲ ਵੀ ਹੋ ਸਕਦਾ, ਜਿਹਦੇ 'ਚ ਪਾਤਰ ਦੇ ਹਵਾਲੇ, ਉਹਦੇ ਗੁਣ ਦੋਸ਼, ਠੀਕ ਹੈ, ਕਿਸ ਤਰ੍ਹਾਂ ਦੇ ਕੰਮ ਕਰਦਾ, ਕਿਸ ਤਰ੍ਹਾਂ ਦਾ ਚਰਿੱਤਰ ਹੈ ਉਹਦਾ। ਵਿਸ਼ੇ ਦੇ ਆਧਾਰ 'ਤੇ ਇਹ ਤੁਹਾਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ, ਸਮਾਜਿਕ, ਰਾਜਨੀਤਿਕ, ਧਾਰਮਿਕ, ਪੁਰਾਣਿਕ, ਇਤਿਹਾਸਿਕ, ਵਿਗਿਆਨਿਕ, ਇਹ ਤੁਹਾਨੂੰ ਪਤਾ ਹੈ। ਸ਼ੈਲੀ ਦੇ ਆਧਾਰ 'ਤੇ 3 ਤਰ੍ਹਾਂ ਦੇ ਨੇ। ਕਥਾਤਮਿਕ ਸ਼ੈਲੀ, ਜਿਸ ਦੇ ਵਿੱਚ ਪੂਰੀ ਕਥਾ ਬਣਾ ਕੇ ਪੇਸ਼ ਕਰਦਾ, ਸਾਰਾ ਇਤਿਹਾਸ ਦੇ ਪ੍ਰਸੰਗ ਦੇ ਵਿੱਚ ਪੇਸ਼ ਕੀਤਾ ਜਾਂਦਾ। ਠੀਕ ਹੈ, ਇੱਕ ਲੜੀ ਤੋਂ ਸ਼ੁਰੂ ਹੁੰਦਾ ਅਤੇ ਐਵੇਂ ਲੜੀਵਾਰ ਜਿਹੜੀਆਂ ਘਟਨਾਵਾਂ ਚੱਲਦੀਆਂ ਰਹਿੰਦੀਆਂ। ਉਸ ਤੋਂ ਬਾਅਦ ਆਤਮ ਕਥਾਤਮਕ ਸ਼ੈਲੀ, ਇਹਦੇ ਵਿੱਚ ਨਾਵਲ ਫੀਲ ਕਰਕੇ, ਠੀਕ ਹੈ, ਹੱਡ ਬੀਤੀ, ਜਿਹੜੀ ਉਹਦੀ ਹੱਡ ਬੀਤੀ ਆ ਉਸ ਨੂੰ ਪੇਸ਼ ਕਰਦਾ। ਆਪਾਂ ਨੂੰ ਪੜ੍ਹਦੇ ਸਮੇਂ ਮਹਿਸੂਸ ਹੁੰਦਾ ਕਿ ਜਿਹੜਾ ਨਾਵਲ ਹੈ, ਨਾਵਲਕਾਰ ਹੈ, ਉਹ ਇਹਨਾਂ ਘਟਨਾਵਾਂ ਨੂੰ ਮਹਿਸੂਸ ਕਰ ਰਿਹਾ, ਆਪ ਦੇ ਆਪ ਨੂੰ ਵਿੱਚ ਇਨਕਲੂਡ ਕਰ ਰਿਹਾ। ਡਾਇਰੀ ਜਾਂ ਪੱਤਰ ਸ਼ੈਲੀ, ਇਸ ਦੇ ਵਿੱਚ ਜਿਸ ਬਾਰੇ ਵੀ ਉਹ ਲਿਖ ਰਿਹਾ ਹੁੰਦਾ ਜਾਂ ਜਿਸ ਕਿਸੇ ਉੱਤੇ ਵੀ ਨਾਵਲ ਲਿਖ ਰਿਹਾ ਹੁੰਦਾ ਤਾਂ ਉਸ ਦੀ ਡਾਇਰੀ ਸ਼ਾਮਿਲ ਕੀਤੀ ਜਾਂਦੀ ਹੈ, ਡਾਇਰੀ ਦੇ ਵਿੱਚੋਂ ਲਿਆ ਜਾਂਦਾ। ਇਸ ਤੋਂ ਅੱਗੇ ਜੀ ਪੰਜਾਬੀ ਨਾਵਲ ਦੇ ਅਧਿਐਨ ਦੀ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਈ ਕਿਤਾਬ ਕਿਹੜੀ ਹੈ? ਉਹ ਹੈ ਪੰਜਾਬੀ ਨਾਵਲ ਦਾ ਇਤਿਹਾਸ। ਕਿਸ ਦੀ ਲਿਖੀ ਹੋਈ ਹੈ? ਗੁਰਚਰਨ ਸਿੰਘ ਦੀ। ਪੰਜਾਬੀ ਨਾਵਲ ਦਾ ਦੂਜਾ ਦੌਰ ਸ਼ੁਰੂ ਕਰਨ ਵਾਲਾ ਨਾਵਲਕਾਰ ਹੈ ਨਾਨਕ ਸਿੰਘ। ਅਮੂਰਤ ਕਥਾਨਕ ਨੂੰ ਸਮੂਰਤ ਰੂਪ ਪ੍ਰਦਾਨ ਕਰਨਾ। ਠੀਕ ਹੈ, ਅਮੂਰਤ ਕੀ ਹੁੰਦਾ ਹੈ? ਜਿਸ ਨੂੰ ਆਪਾਂ ਦੇਖ ਨਹੀਂ ਸਕਦੇ। ਸਮੂਰਤ ਜਿਸ ਨੂੰ ਦੇਖਿਆ ਜਾ ਸਕਦਾ ਹੈ। ਠੀਕ ਹੈ, ਤਾਂ ਉਸ ਨੂੰ ਪੇਸ਼ ਕਰਨ ਵਾਲੀ ਹੁੰਦੀ ਹੈ ਪਾਤਰ ਉਸਾਰੀ, ਜਿਹੜੀ ਜਿੰਦ ਜਾਨ ਪਾਉਂਦੀ ਹੈ ਨਾਵਲ ਦੇ ਵਿੱਚ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਇੱਕ ਬੁੱਕ ਹੈ ਦ ਨਾਵਲ ਐਂਡ ਦ ਪੀਪਲ।
एक इसकी लिखी हुई है राल्फ फॉक्स की, जिसकी ਆਪਾਂ ਪਹਿਲਾਂ ਹੀ ਪਰਿਭਾਸ਼ਾ ਕੀਤੀ ਹੈ। ਇਸ ਤੋਂ ਬਾਅਦ ਜੀ ਇਹ ਕਾਫੀ ਇੰਪੋਰਟੈਂਟ ਹੈ। ਇਸ ਦੇ ਵਿੱਚ ਮੈਂ ਸਾਰੇ ਸ਼ਾਮਿਲ ਨਹੀਂ ਕੀਤੇ, ਲੈਕਚਰ ਕਾਫੀ ਵੱਡਾ ਹੋ ਜਾਣਾ ਸੀ। ਵੈਸੇ ਹੋਰ ਵੀ ਨੇ ਨਾਵਲਕਾਰ ਜਿਹੜੇ ਇਸ ਦੇ ਵਿੱਚ ਆਉਣੇ ਸੀ, ਪਰ ਮੈਂ ਉਹੀਓ ਸ਼ਾਮਿਲ ਕੀਤੇ ਨੇ ਜਿਹੜੇ ਆਪਣੇ ਸਿਲੇਬਸ ਦੇ ਵਿੱਚ ਮਾਸਟਰ ਕੇਡਰ ਦੇ ਵਿੱਚ ਅਤੇ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ, ਪਹਿਲੇ ਦੌਰ ਦੇ ਵਿੱਚ ਹੈਗੇ ਆ ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਜੋਸ਼ੂਆ ਫਜ਼ਲਦੀਨ, ਇੱਕ ਸੀਗਾ ਅਮਰ ਸਿੰਘ ਛਾਪੇਵਾਲਾ, ਹਾਂ ਉਹ ਵੀ ਸੀ। ਇਹ ਜੋ ਦੌਰ ਸੀ ਉਹ ਸੀਗਾ ਸੁਧਾਰਵਾਦੀ ਦੌਰ, ਨਾਵਲਾਂ ਦਾ ਵਿਸ਼ਾ ਸੀ ਸੁਧਾਰਵਾਦੀ। ਇਸ ਤੋਂ ਬਾਅਦ ਦੂਸਰਾ ਦੌਰ ਨਾਨਕ ਸਿੰਘ ਜੀ ਸ਼ੁਰੂ ਕਰਦੇ ਆ। ਇਸ ਦੇ ਵਿੱਚ ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਸੰਤ ਸਿੰਘ ਸੇਖੋਂ, ਜਸਵੰਤ ਕੰਵਲ, ਕਰਨਲ ਨਰਿੰਦਰਪਾਲ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ। ਤੀਸਰਾ ਦੌਰ ਜਿਹੜੇ ਅੰਮ੍ਰਿਤਾ ਪ੍ਰੀਤਮ, ਇਹਨਾਂ ਨੂੰ ਤੀਸਰਾ ਦੌਰ ਦੇ ਵਿੱਚ ਵੀ ਲਿਆ ਜਾਂਦਾ ਕਿਉਂਕਿ ਉਹਦੇ 'ਚ ਤਾਂ ਸ਼ੁਰੂਆਤ ਹੀ ਕੀਤੀ ਸੀ ਇਹਨਾਂ ਨੇ, ਅਸਲ ਦੇ ਵਿੱਚ ਤਾਂ ਤੀਸਰੇ ਦੌਰ ਦੇ ਵਿੱਚ ਹੀ ਲਿਖਿਆ। ਤੀਸਰੇ ਦੌਰ ਦੇ ਵਿੱਚ ਹੁੰਦੇ ਜੀ ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਸੁਖਬੀਰ ਸੇਠੀ, ਨਿਰੰਜਨ ਤਸਨੀਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਰਾਮ ਸਰੂਪ ਅਣਖੀ ਅਤੇ ਕਰਮਜੀਤ ਕੁੱਸਾ। ਇਸ ਦੇ ਵਿੱਚੋਂ ਪ੍ਰਸ਼ਨ ਆ ਜਾਂਦਾ, ਇਸ ਕਰਕੇ ਮੈਨੂੰ ਲੱਗਿਆ ਵੀ ਇਹ ਸ਼ਾਮਿਲ ਕਰ ਲੈਣੇ ਚਾਹੀਦੇ ਆ। ਠੀਕ ਹੈ ਜੀ, ਇੱਥੇ ਹੀ ਖ਼ਤਮ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਆਸ ਹੈ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਜੇਕਰ ਤੁਸੀਂ ਬੋਰ ਹੋਏ ਤਾਂ ਸੌਰੀ, ਲੈਕਚਰ ਥੋੜ੍ਹਾ ਵੱਡਾ ਹੋ ਗਿਆ, ਚਲੋ ਕੋਈ ਗੱਲ ਨਹੀਂ। ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਪ੍ਰਸ਼ਨ ਸੰਬੰਧੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਨੂੰ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਜੀ। ਜੋ ਵੀ ਤੁਹਾਡੇ ਹੋਰ ਦੋਸਤ ਕਰ ਰਹੇ ਨੇ ਤਿਆਰੀ, ਠੀਕ ਹੈ, ਤੁਹਾਡੇ ਫਰੈਂਡਸ ਕਰ ਰਹੇ ਨੇ, ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਇਸ ਦੇ ਨਾਲ ਹੀ ਕਰਦੇ ਰਹੋ ਤੁਸੀਂ ਪੰਜਾਬੀ ਦੀ ਤਿਆਰੀ, ਅਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਰ ਸਟੱਡੀ ਚੈਨਲ, ਅਤੇ ਕਰਦੇ ਰਹੋ ਨਾਲ ਦੀ ਨਾਲ ਮੌਕ ਟੈਸਟ ਆਪਣੀ ਰਿਵੀਜ਼ਨ ਦੇ ਲਈ। ਧੰਨਵਾਦ ਜੀ, ਥੈਂਕ ਯੂ ਸੋ ਮਚ।